2022 ਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ ਸਿਰ ਤੇ ਨੇ। ਚੋਣ ਜਾਬਤਾ ਲੱਗ ਚੁੱਕਾ ਹੈ। ਕਿਤੇ ਨਾ ਕਿਤੇ ਸਾਰੀਆਂ ਰਾਜਨੀਤਿਕ ਪਾਰਟੀਆਂ, ਜੇ ਬੀਜੇਪੀ ਨੂੰ ਛੱਡ ਕੇ ਗੱਲ ਕੀਤੀ ਜਾਵੇ ਤਾਂ ਆਪਣੇ ਉਮੀਦਵਾਰ ਵੀ ਐਲਾਨ ਚੁੱਕੀਆਂ ਨੇ। ਪਿਛਲੇ ਦਿਨੀ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਨੇ ਔਰ ਗੁਰਦਾਸਪੁਰ ਤੋਂ ਪਹਿਲਾਂ ਤੋਂ ਹੀ ਰਹਿ ਚੁੱਕੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਉੱਤੇ ਆਪਣਾ ਵਿਸ਼ਵਾਸ ਜਤਾਇਆ। ਸਾਡੇ ਨਾਲ ਨੇ ਬਰਿੰਦਰਮੀਤ ਸਿੰਘ ਪਾੜਾ। ਸਮੇਂ ਦੇ ਨਾਲ ਤੁਹਾਡੇ ਇਹਨਾਂ ਨੂੰ ਰੂਬਰੂ ਕਰਾਉਂਦੇ ਰਹੇ ਆ। ਲੋਕਾਂ ਦੇ ਜਿਹੜੇ ਸਵਾਲ ਸਾਡੇ ਜਰੀਏ ਪੁੱਛਣੇ ਚਾਹੁੰਦੇ ਸੀ ਲੋਕ, ਉਹ ਅਸੀਂ ਸਮੇਂ ਸਿਰ ਇਹਨਾਂ ਦੇ ਕੋਲੋਂ ਪੁੱਛਦੇ ਰਹੇ। ਅੱਜ ਵੀ ਬਹੁਤ ਸਾਰੇ ਸਵਾਲ, ਬਹੁਤ ਸਾਰੇ ਮੁੱਦੇ, ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕਰਾਂਗੇ ਔਰ ਵੇਖਾਂਗੇ ਕਿ ਉਹਨਾਂ ਦੇ ਜਵਾਬ ਇਹਨਾਂ ਕੋਲ ਕਿਵੇਂ ਨੇ ਔਰ ਇਹਨਾਂ ਦੇ ਜਵਾਬ ਜਿਹੜੇ ਨੇ ਉਹ ਅਗਲੀਆਂ ਵੋਟਾਂ ਦੇ ਵਿੱਚ ਕਨਵਰਟ ਹੋ ਪਾਉਂਦੇ ਨੇ ਜਾਂ ਨਹੀਂ। ਸਵਾਗਤ ਕਰਦੇ ਹਾਂ ਬਰਿੰਦਰ ਜੀ ਤੁਹਾਡਾ ਆਪਣੇ ਚੈਨਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਭ ਤੋਂ ਪਹਿਲਾ ਸਵਾਲ ਹੀ ਇਹ ਹੈ ਕਿ ਤੁਹਾਨੂੰ ਟਿਕਟ ਮਿਲੀ ਹੈ ਔਰ ਕੀ ਲੱਗਦਾ ਹੈ ਕਿ ਤੁਹਾਡੇ ਉੱਤੇ ਕਿਉਂ ਜਿਹੜਾ ਪਾਰਟੀ ਨੇ ਵਿਸ਼ਵਾਸ ਜਤਾਇਆ ਹੈ ਔਰ ਕੀ ਕਾਰਨ ਰਹਿਣਗੇ ਕਿ ਤੁਸੀਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਜਾਓਗੇ। ਵੱਡਾ ਸਵਾਲ ਹੈ ਕਿ ਪਿਛਲੇ 5 ਸਾਲ ਪੂਰਾ ਤੁਸੀਂ ਕੰਮ ਕਰਦੇ ਰਹੇ ਔਰ ਬਹੁਤ ਸਾਰੀਆਂ ਸਰਕਾਰਾਂ ਆਪਣੇ 5 ਸਾਲ ਦਾ ਹਿਸਾਬ ਦਿੰਦੀਆਂ, ਪਰ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਆ ਆਪਣੇ ਸਿਰਫ 100 ਦਿਨ ਦਾ ਹਿਸਾਬ ਦੇ ਰਹੀ ਹੈ। ਤੁਸੀਂ ਵੀ 100 ਦਿਨ ਦਾ ਜਵਾਬ ਦਿਓਗੇ ਕਿ ਜਾਂ ਪੂਰੇ 5 ਸਾਲ ਦਾ ਜਵਾਬ ਲੋਕਾਂ ਵਿੱਚ ਲੈ ਕੇ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਹਾਈ ਕਮਾਂਡ ਦਾ, ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੋਹਰੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਟਿਕਟ ਦਿੱਤੀ ਹੈ। ਔਰ ਦੂਸਰਾ, ਮੈਂ ਆਪਣੇ ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਟਿਕਟ ਜਿਹੜੀ ਪਹਿਲਾਂ ਵੀ ਮਿਲੀ ਸੀ ਤੇ ਜਿਨ੍ਹਾਂ ਕਰਕੇ ਟਿਕਟ ਇਸ ਵਾਰੀ ਘਰੇ ਬੈਠ ਕੇ ਪਾਰਟੀ ਨੇ ਜਿਹੜੀ ਦਿੱਤੀ ਹੈ। ਔਰ ਰਹੀ ਗੱਲ ਕੰਮਾਂ ਦੇ ਹਿਸਾਬ ਦੀ, ਮੈਂ ਪਿਛਲੇ 5 ਸਾਲ ਤੋਂ ਨਹੀਂ, ਜਦੋਂ ਨਹੀਂ ਵੀ ਸੀ ਅਸੀਂ MLA, ਸਾਰਾ ਪਰਿਵਾਰ 15 ਸਾਲ ਲੋਕਾਂ 'ਚ ਹੀ ਰਿਹਾ ਔਰ ਜਦੋਂ ਬਣ ਗਏ ਅਸੀਂ ਉਦੋਂ ਵੀ ਲੋਕਾਂ 'ਚ ਰਹੇ। ਅੱਜ ਇਹੀ ਕਾਰਨ ਆ ਕਿ ਲੋਕ ਜਿਹੜੇ ਆ ਉਹ ਮੈਨੂੰ ਜੁਆਇਨ ਕਰ ਰਹੇ ਨੇ, ਮੌਜੂਦਾ MLA ਨੂੰ। ਆਉਣ ਵਾਲੇ ਦਿਨਾਂ 'ਚ ਤੁਸੀਂ ਬਹੁਤ ਉਹ ਬੰਦੇ ਵੀ ਜੁਆਇਨ ਕਰਦੇ ਦਿਖਣਗੇ ਤੁਹਾਨੂੰ, ਜਿਹੜੇ ਸ਼ਾਇਦ ਤੁਸੀਂ ਵੀ ਹੈਰਾਨ ਹੋਵੋਗੇ। ਉਹ ਬੰਦੇ, ਗੱਲ ਮੇਰੀ ਹੋ ਚੁੱਕੀ ਆ, ਆਉਣ ਵਾਲੇ ਦਿਨਾਂ ਜੁਆਇਨ ਕਰਨਗੇ। ਸੋ ਗੱਲ ਉਹ ਇਸ ਕਰਕੇ ਨਹੀਂ ਜੁਆਇਨ ਕਰਨਗੇ, ਉਹਨਾਂ ਨੂੰ ਕੰਮਾਂ ਦੇ ਕਰਕੇ। ਮੈਂ ਉਹਨਾਂ ਨਾਲ ਸਿਟਿੰਗ ਕੀਤੀ ਹੈ ਔਰ ਕਈ ਲੋਕਾਂ ਨਾਲ ਸਿਟਿੰਗ ਹੋ ਰਹੀ ਹੈ। ਕਈ ਲੋਕ ਮੈਨੂੰ ਆਪ ਆ ਰਹੇ ਨੇ ਕਿ ਤੁਹਾਡੇ ਕੰਮ ਕਰਕੇ ਅਸੀਂ ਤੁਹਾਨੂੰ ਜੁਆਇਨ ਕਰਨਾ ਹੈ। ਪਰ ਜਦੋਂ 5 ਸਾਲ ਬੰਦਾ ਲੋਕਾਂ ਮੁਤਾਬਕ ਉਤਰ ਕੇ ਖਰਾ ਉਤਰਦਾ, ਵੋਟਾਂ ਲੈ ਕੇ ਕਮਿਟਡ ਗੱਲਾਂ ਜਿਹੜੀਆਂ ਉਹਨਾਂ 'ਤੇ ਪੂਰਾ ਉਤਰਦਾ। ਮੈਂ ਥੋੜ੍ਹੀ ਜਿਹੀ ਤੁਹਾਨੂੰ ਬੈਕਗਰਾਊਂਡ ਦੱਸਾਂਗਾ ਕਿ ਜਦੋਂ 2011 ਦੇ ਵਿੱਚ ਅਕਾਲੀ ਸਰਕਾਰ ਸੀਗੀ ਤੇ ਪਹਿਲਾ MLA ਸੀਗਾ, ਉਹਨਾਂ ਨੇ 2011 'ਚ ਨੀਂਹ ਪੱਥਰ ਰੱਖਿਆ ਸੀਗਾ ਕਿਉਂਕਿ 12 ਦੇ ਵਿੱਚ ਫਿਰ ਇਲੈਕਸ਼ਨ ਸੀ ਤੇ ਬੱਸ ਸਟੈਂਡ ਦਾ ਨੀਂਹ ਪੱਥਰ ਜਲਦੀ 'ਚ ਰੱਖਤਾ ਤੇ 5 ਸਾਲ ਲੋਕਾਂ ਨੇ ਫਿਰ ਮੌਕਾ ਦਿੱਤਾ ਔਰ ਉਹ ਨੀਂਹ ਪੱਥਰ ਦਾ ਨੀਂਹ ਪੱਥਰ ਹੀ ਰਹਿ ਗਿਆ 5 ਸਾਲ। ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਕਿਹੜੀ ਐਸੀ ਅੜਚਣਾਂ ਸੀਗੀਆਂ ਜਿਹੜੀਆਂ ਤੁਸੀਂ 8-10 ਸਾਲ ਦੇ ਵਿੱਚ ਇੱਕ ਬੱਸ ਸਟੈਂਡ ਨਹੀਂ ਬਣਾ ਸਕੇ ਤੇ ਤੁਹਾਡੇ ਕੋਲ ਲੋਕ ਹੋਰ ਕੀ ਆਸ ਕਰਨਗੇ। ਔਰ ਚਲੋ, ਮੈਂ ਜਦੋਂ 17 'ਚ ਆਇਆ ਔਰ ਆਉਂਦਿਆਂ ਹੀ ਇੱਕ ਗੱਲ ਸਟੇਜ 'ਤੇ ਕਹੀ ਸੀ ਕਿ ਬੱਸ ਸਟੈਂਡ 'ਤੇ ਅੰਡਰਬ੍ਰਿਜ ਜੇ ਮੈਂ ਕੰਮ ਨਾ ਕਰਾ ਸਕਿਆ ਮੈਂ ਇਲੈਕਸ਼ਨ ਨਹੀਂ ਲੜਾਂ। ਇਹ ਮੇਰੇ ਖਿਆਲ ਬਹੁਤ ਘੱਟ ਲੀਡਰ ਇਹ ਗੱਲ ਸਟੇਜ ਤੋਂ ਕਹਿ ਸਕਦੇ ਆ ਔਰ ਮੇਰੀ ਇੱਕ ਆਦਤ ਆ ਕਿ ਮੈਂ ਜੋ ਗੱਲ ਕਹਿੰਦਾ ਉਹ ਕਰਦਾ ਹਾਂ ਅਤੇ ਜੇ ਮੈਂ ਨਾ ਬਣਾ ਸਕਦਾ ਸ਼ਾਇਦ ਇਲੈਕਸ਼ਨ ਨਾ ਲੜਦਾ। ਔਰ ਅੱਜ ਤੁਸੀਂ ਦੇਖ ਸਕਦੇ ਹੋ 85% ਬੱਸ ਸਟੈਂਡ ਬਣ ਚੁੱਕਾ ਔਰ ਹਿੰਦੁਸਤਾਨ ਦਾ ਨੰਬਰ 1 ਬੱਸ ਸਟੈਂਡ ਬਣ ਰਿਹਾ 6 ਏਕੜ ਦੇ ਵਿੱਚ। ਅੰਡਰਬ੍ਰਿਜ ਦੀ ਰਫ਼ਤਾਰ ਜਾ ਕੇ ਦੇਖ ਲਓ, ਦਿਨ ਰਾਤ ਕੰਮ ਚੱਲ ਰਿਹਾ ਉਹਦੇ ਤੇ 22 ਕਰੋੜ ਦੀ ਲਾਗਤ ਨਾਲ ਉਹ ਬਣ ਰਿਹਾ। ਪਰ ਇੱਥੇ ਬਦਕਿਸਮਤੀ ਦੀ ਗੱਲ ਇਹ ਆ ਕਿ ਅੰਡਰਬ੍ਰਿਜ ਜਿਹੜਾ ਪ੍ਰੋਜੈਕਟ ਹੈ ਇਹ ਸੈਂਟਰ ਦਾ ਪ੍ਰੋਜੈਕਟ ਸੀਗਾ, ਇਹ ਇੱਥੋਂ ਦੇ MP ਦਾ ਕੰਮ ਸੀਗਾ, ਜਿਹੜਾ ਮੈਨੂੰ ਦੋਨੋਂ ਕੰਮ ਰੋਲ ਨਿਭਾਉਣੇ ਪੈ ਰਿਹਾ, MLA ਦਾ ਵੀ ਤੇ ਮੈਂਬਰ ਪਾਰਲੀਮੈਂਟ ਦਾ ਵੀ, ਕਿਉਂਕਿ ਸੈਂਟਰ ਗਵਰਨਮੈਂਟ ਨੇ 50% ਸ਼ੇਅਰ ਜਿਹੜਾ ਉਹ ਦੇਣਾ ਹੁੰਦਾ ਆ ਔਰ ਇਹਦੇ 'ਚ 22 ਕਰੋੜ ਦੀ ਲਾਗਤ ਸੀਗੀ। ਪਰ ਚਲੋ 22 ਦਾ 22 ਪੰਜਾਬ ਸਰਕਾਰ ਨੇ ਦਿੱਤਾ ਔਰ ਸਾਰੀਆਂ NOCਆਂ ਕਰਾਈਆਂ ਇੰਨੇ ਘੱਟ ਸਮੇਂ 'ਚ, ਸਾਰਾ ਕੁਝ ਦਿੱਲੀ ਤੋਂ ਕਰਾਇਆ। ਔਰ ਮੈਂ ਧੰਨਵਾਦ ਕਰਦਾ ਸੁਨੀਲ ਜਾਖੜ ਜੀ ਦਾ, ਜਿਨ੍ਹਾਂ ਨੇ ਮੇਰੇ ਨਾਲ ਹੋ ਕੇ ਉੱਥੋਂ NOC ਔਰ ਸਾਰਾ ਮੇਰਾ ਕੰਮ ਕਰਵਾਇਆ। ਨਹੀਂ ਵੀ MP ਸੀਗੇ ਤਾਂ ਵੀ ਉਹਨਾਂ ਨੇ ਪੂਰਾ ਮੇਰਾ ਸਾਥ ਦਿੱਤਾ ਔਰ ਅੱਜ ਅੰਡਰਬ੍ਰਿਜ ਜਿਹੜਾ ਉਹ ਬਣ ਰਿਹਾ ਔਰ ਆਫਟਰ 71 ਈਅਰਸ ਪਹਿਲੀ ਵਾਰ ਹੋ ਰਿਹਾ ਕਿ ਗੁਰਦਾਸਪੁਰ ਫਾਟਕ ਰਹਿਤ ਸ਼ਹਿਰ ਬਣ ਰਿਹਾ। ਕਿਤੇ ਐਮਰਜੈਂਸੀ ਹੋ ਜੇ, ਦੁਪਹਿਰ ਨੂੰ ਬੱਚਿਆਂ ਨੂੰ ਛੁੱਟੀ ਹੁੰਦੀ ਹੈ, ਲਾਈਨਾਂ ਲੱਗਦੀਆਂ ਸੀ, ਕਤਾਰਾਂ, ਐਂਬੂਲੈਂਸ ਨਿਕਲ ਨਹੀਂ ਸੀ ਸਕਦੀ, ਫਾਟਕ ਸਾਰੇ ਬੰਦ ਔਰ ਇਹ ਫਾਟਕ ਰਹਿਤ ਹੋ ਰਿਹਾ। ਸੋ ਇਸ ਤਰ੍ਹਾਂ ਮੈਂ ਜੋ ਵਾਅਦੇ ਲੋਕਾਂ ਨਾਲ ਕੀਤੇ ਸੀਗੇ, ਇਕੱਲੇ ਗਲੀਆਂ ਜਾਂ ਨਾਲੀਆਂ ਤੱਕ ਸੀਮਤ ਨਹੀਂ ਰਿਹਾ। ਗਲੀਆਂ ਨਾਲੀਆਂ ਦੇ ਤੁਸੀਂ ਵੀ ਇੱਥੋਂ ਦੇ ਵਸਨੀਕ ਹੋ,
ਤੁਸੀਂ ਵੀ ਦੇਖਿਆ ਕਿ ਪਹਿਲਾਂ ਗੁਰਦਾਸਪੁਰ ਕੀ ਸੀਗਾ ਤੇ ਅੱਜ ਕੀ ਹੈ। ਜਿੱਥੇ ਨਹੀਂ ਵੀ ਵਸੋਂ ਮੈਂ ਉਹ ਵੀ ਗਲੀਆਂ ਬਣਾਤੀਆਂ, ਚੌਂਕ ਬਣਾਏ ਨੇ, ਬਿਊਟੀਫਿਕੇਸ਼ਨ ਕੀਤੀ ਹੈ ਸ਼ਹਿਰ ਦੀ। ਪਾਰਕ ਜਿਹੜੇ ਆ, ਫਿਸ਼ ਪਾਰਕ ਆ, ਗੁਰੂ ਨਾਨਕ ਪਾਰਕ ਆ, ਰੀਜਨਲ ਕੈਂਪਸ ਦੇ ਸਾਹਮਣੇ ਪਾਰਕ ਆ। ਇੰਨਾ ਕੰਮ ਇੰਨੇ ਘੱਟ ਸਮੇਂ 'ਚ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਆ। 2 ਸਾਲ ਦਾ ਕਰੋਨਾ ਦਾ ਪੀਰੀਅਡ ਵੀ ਰਿਹਾ, ਪਰ ਉਸ ਕਰੋਨਾ ਦੇ ਕਾਲ ਦੇ ਦੌਰਾਨ ਵੀ ਜਿਹੜਾ ਮੈਂ ਕੰਮ ਨਹੀਂ ਬੰਦ ਹੋਣ ਦਿੱਤਾ। ਆਪ ਖੁਦ ਕਰੋਨਾ 'ਚ ਵੀ ਜਿੰਨੀ ਕੁ ਮਦਦ ਮੈਂ ਲੋਕਾਂ ਦੀ ਕਰ ਸਕਦਾ ਸੀ, ਮੈਂ ਘਰੇ ਨਹੀਂ ਬੈਠਾ। ਸਾਰਾ ਤਿੰਨੇ ਬ੍ਰਦਰ ਆਪਾਂ ਬਾਹਰ ਰਹੇ ਹਾਂ। ਲੋਕ ਕਹਿੰਦੇ ਸੀ ਆਰਾਮ ਨਾਲ ਬਹਿ ਜਾਓ, ਤੁਸੀਂ ਜ਼ਿਆਦਾ ਹੀ ਬਾਹਰ ਦੌੜੇ ਫਿਰਦੇ ਹੋ। ਲੋਕ ਅੰਦਰਾਂ 'ਚ ਵੜੇ ਆ, ਪਰ ਮੈਂ ਅੰਦਰ ਨਹੀਂ ਵੜਿਆ, ਲੋਕਾਂ ਦੀ ਮਦਦ ਕੀਤੀ। ਔਰ ਮੈਂ ਇਸ ਨੂੰ ਸੇਵਾ ਸਮਝਦਾ, ਰਾਜਨੀਤੀ ਨੂੰ। ਮੇਰਾ ਇਹ ਕੋਈ ਪ੍ਰੋਫੈਸ਼ਨ ਨਹੀਂ ਹੈ। ਮੇਰੇ ਬਜ਼ੁਰਗ ਦੇ ਮੁੱਦੇ ਦੇ ਉੱਤੇ ਤੁਹਾਡੇ ਉੱਤੇ ਇੱਕ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਛੋਟੀਆਂ ਗਰਾਊਂਡਾਂ ਨੂੰ ਥੋੜ੍ਹਾ ਬਹੁਤਾ ਡਿਵੈਲਪ ਕਰਕੇ ਤੇ ਉਹਨਾਂ ਨੂੰ ਸਟੇਡੀਅਮ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਉਹਨਾਂ ਦਾ ਜਿਹੜਾ ਨਾਮ ਹੈ ਉਹਨਾਂ ਨੂੰ ਤੁਸੀਂ ਸਟੇਡੀਅਮ ਕਹਿ ਰਹੇ ਹੋ, ਪਰ ਉਹ ਹੈ ਛੋਟੀਆਂ ਗਰਾਊਂਡਾਂ ਨੇ। ਇਹਦੇ ਬਾਰੇ ਵੀ ਮੈਂ ਇੰਨੀ ਗੱਲ ਕਹਿ ਸਕਦਾ ਕਿ ਤੁਸੀਂ ਜਾ ਕੇ ਗਜਨੀਪੁਰ ਦੇ ਵਿੱਚ ਸਟੇਡੀਅਮ ਬਣਿਆ, ਉੱਥੇ ਬੱਚੇ ਜਾ ਕੇ ਦੇਖ ਲਿਓ ਵੀ ਉੱਥੇ ਟਰੈਕ ਬਣੇ ਨੇ, ਜਿਮ ਲਾਇਆ ਆ। ਗੋਤਾਂ ਦੇ ਜਾ ਕੇ ਚੈੱਕ ਕਰ ਲਓ, ਭੁੰਬਲੀ ਜਾ ਕੇ ਚੈੱਕ ਕਰ ਲਓ, ਬੱਬਰੀ ਨੰਗਲ ਜਾ ਕੇ ਚੈੱਕ ਕਰ ਲਓ। ਗੱਲ ਤਾਂ ਇਹ ਆ ਕਿ ਆਪ ਕੁਛ ਕਰਨਾ ਨਹੀਂ, ਤੇ ਜੇ ਨੁਕਸ ਲੱਭਣਾ ਹੋਏ ਤਾਂ ਫਿਰ ਤੇ ਚੰਗੇ ਭਲੇ ਤੁਰੇ ਜਾਂਦੇ ਬੰਦੇ 'ਚ ਵੀ ਲੱਭ ਲਓ। ਜੇ ਪਾਰਕਾਂ ਵੀ ਬਣਾਈਆਂ, ਸਟੇਡੀਅਮ ਵੀ ਬਣਾਏ ਆ, ਜਿਹੜੀਆਂ ਪਾਰਕਾਂ ਬਣਾਈਆਂ ਜਿੱਥੇ ਜਗ੍ਹਾ ਜਿੰਨੀ ਅਵੇਲੇਬਲ ਸੀ ਬਣਾਈਆਂ ਤਾਂ ਹੈ ਨਾ। ਸ਼ਹਿਰ ਦੇ ਵਿੱਚ ਜਿਹੜੀਆਂ ਫੈਸਿਲਿਟੀ ਸੀਗੀਆਂ ਉਹ ਪਿੰਡਾਂ 'ਚ ਦਿੱਤੀਆਂ ਨੇ। ਤੁਸੀਂ ਪਾਰਕਾਂ ਦੇਖੋ ਤਾਂ ਸਹੀ ਜਾ ਕੇ ਪਿੰਡਾਂ 'ਚ। ਰੀਸੈਂਟਲੀ ਹੁਣ ਮੈਂ ਭੁਕਰੇ ਵੀ ਬਣਾਈ, ਉਹ ਲੋਕ ਸਾਰੇ ਇੰਨੀ ਤਾਰੀਫ ਕਰਦੇ। ਉਦੋਂ 2000 ਬੰਦੇ ਦਾ ਇਕੱਠ ਸੀਗਾ ਭੁਕਰੇ। ਤੇ ਮਤਲਬ ਕਹਿਣ ਦਾ ਕਿ ਪਾਰਕ ਬਣਾ ਕੇ ਉੱਥੇ ਜਿਮ ਲਾ ਕੇ ਉੱਥੇ ਟਰੈਕ ਬਣਾ ਕੇ ਲੋਕਾਂ ਦੀ ਸੈਰ ਕਰ ਲਈ। ਤੇ ਇਹਦੇ ਨਾਲ ਇਕੱਲਾ ਇਹ ਨਹੀਂ ਹੈ ਕਿ ਨੌਜਵਾਨਾਂ ਨੂੰ ਉੱਥੇ ਮੌਕਾ ਮਿਲਦਾ ਸੈਰ ਕਰਨ ਦਾ, ਉੱਥੇ ਆਪਸੀ ਭਾਈਚਾਰਕ ਸਾਂਝ ਕਾਇਮ ਹੁੰਦੀ ਹੈ। ਅਸੀਂ ਪਿੰਡਾਂ 'ਚੋਂ ਸੱਥਾਂ ਖਤਮ ਕਰਤੀਆਂ, ਕੋਈ ਸਾਂਝੀ ਜਗ੍ਹਾ ਖਤਮ ਕਰਤੀਆਂ, ਅਸੀਂ ਇਕੱਠੇ ਬਹਿੰਦੇ ਸੀਗੇ। ਅੱਜ ਉਹ ਕਲਚਰ ਵਾਪਸ ਲਿਆਉਣ ਦੀ ਵੀ ਮੈਂ ਕੋਸ਼ਿਸ਼ ਕੀਤੀ ਹੈ। ਔਰ ਅੱਜ ਪਾਰਕਾਂ ਦੇ ਵਿੱਚ ਹਰ ਵਰਗ, ਹਰ ਪਾਰਟੀ ਦਾ ਬੰਦਾ ਸੈਰ ਕਰਦਾ ਆ। ਤੇ ਸ਼ਾਮ ਨੂੰ ਜਦੋਂ ਇਕੱਠੇ ਬਹਿੰਦੇ ਨੇ, ਜਦੋਂ ਇਕੱਠੇ ਬਹੁਤ ਆਪਸੀ ਭਾਈਚਾਰਕ ਸਾਂਝ ਕਾਇਮ ਹੁੰਦੀ ਹੈ। ਸੋ ਵਿਰੋਧੀ ਉਹ ਕਿਹੜਾ ਵਿਰੋਧੀ ਹੋਇਆ ਜਿਹੜਾ ਵਿਰੋਧੀ ਨਾ ਕਰੇ। ਭਾਈਚਾਰਕ ਸਾਂਝ ਦੀ ਗੱਲ ਕਰਦੇ ਹੋ, ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇੱਥੇ ਹਿੰਦੂ ਕਾਰਡ ਖੇਡਿਆ ਜਾ ਰਿਹਾ ਹੈ ਕਿ ਇੱਕ ਹਿੰਦੂ ਚਿਹਰੇ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਵੀ ਉੱਠੀਆਂ ਕਿ ਸੀਐਮ ਦਾ ਚਿਹਰਾ ਜਿਹੜਾ ਹੈ ਉਹ ਹਿੰਦੂ ਕਿਉਂ ਨਹੀਂ ਅਨਾਉਂਸ ਕੀਤਾ ਜਾਂਦਾ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਕਾਇਮ ਰੱਖ ਪਾਓਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ, ਜਾਂ ਹਿੰਦੂ ਕਾਰਡ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਖੇਡਿਆ ਜਾ ਰਿਹਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਸਰ ਹੋਵੇ? ਦੇਖੋ, ਇਹ ਬਦਕਿਸਮਤੀ ਦੀ ਗੱਲ ਹੈ। ਕੋਈ ਪਾਰਟੀ ਹੋਵੇ ਜਿਹੜੀ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰੇ। ਫਿਰ ਜੇ ਹਿੰਦੂ ਕਾਰਡ ਖੇਡਣਾ ਸੀ, ਜਦੋਂ ਕੇਜਰੀਵਾਲ ਸਾਹਿਬ ਹਨੂੰਮਾਨ ਚੌਂਕ 'ਚ ਆਏ, ਰਮਨ ਬੈਲ ਕਹਿ ਦਿੰਦੇ ਉਦੋਂ ਸਟੇਜ ਦੇ ਉੱਤੇ ਕਿ ਮੈਂ ਤੁਹਾਡਾ ਹਿੰਦੂ ਭਰਾ ਵਾਂ, ਮੈਨੂੰ ਸਿਰਫ ਹਿੰਦੂਆਂ ਦੀਆਂ ਵੋਟਾਂ ਚਾਹੀਦੀਆਂ। ਫਿਰ ਕਿਹਾ ਕਿਉਂ ਨਹੀਂ? ਕੰਨ 'ਚ ਤੇ ਅਸੀਂ ਜਾ ਕੇ ਕਹਿੰਦੇ ਆ ਕਿ ਮੈਂ ਤੁਹਾਡਾ ਹਿੰਦੂ ਭਰਾ, ਤੇ ਬਾਹਰ ਆ ਕੇ ਨਿਕਲ ਕੇ ਅਸੀਂ ਇਹ ਗੱਲ ਸਟੇਜ 'ਤੇ ਵੀ ਕਹਿ ਦਿੰਦੇ। ਫਿਰ ਤੇ ਮੈਂ ਵੀ ਮੰਨਦਾ ਵੀ ਬਈ ਬੰਦੇ ਨੇ ਸਟੈਂਡ ਲੈ ਲਿਆ ਤੇ ਸਾਰੇ ਵੋਟਾਂ ਇਹਨੂੰ ਪਾਓ। ਇਹ ਇੱਦਾਂ ਰਾਜਨੀਤੀ ਨਹੀਂ ਹੁੰਦੀ। ਕਰਮ ਤੋਂ ਜਿਹੜੇ ਕੰਮ ਕਰਦੇ ਆ ਨਾ, ਕਰਮ ਦੇ ਨਾਲ ਵੋਟ ਮਿਲਦੀ ਆ, ਆਪਣੇ ਕੰਮਾਂ ਦੇ ਨਾਲ। ਹੁਣ ਮੇਰੇ ਬਜ਼ੁਰਗ ਸਰਦਾਰ ਕਰਤਾਰ ਸਿੰਘ ਪਾੜਾ ਜਦੋਂ ਇੱਥੇ ਗਊਸ਼ਾਲਾ ਦੇ ਉੱਤੇ ਕਬਜ਼ਾ ਹੋਣ ਲੱਗਾ ਸੀ, ਜਦੋਂ ਦਾਦਾ ਜੀ ਐਮਐਲਏ ਸੀਗੇ, ਤੇ ਕਿਹਨੇ ਡੱਕਿਆ ਸੀਗਾ? ਦਾਦਾ ਜੀ ਨੇ ਡੱਕਿਆ ਸੀ। ਉਹ ਅੱਜ ਵੀ ਉੱਥੇ ਗਊਸ਼ਾਲਾ ਚੱਲ ਰਹੀ ਹੈ। ਤੇ ਫਿਰ ਇਹਦੇ 'ਚ ਕੀ ਗੱਲ, ਜੇ ਅਸੀਂ ਸਰਦਾਰ ਸੀਗੇ ਤੇ ਹਿੰਦੂ ਕਬਜ਼ਾ ਕਰ ਰਹੇ ਸੀ, ਅਸੀਂ ਹਟਾਇਆ, ਤੇ ਹਿੰਦੂ ਤੇ ਸਰਦਾਰ ਵਾਲੀ ਗੱਲ ਕਿੱਥੋਂ ਆ ਗਈ? ਤੁਸੀਂ ਆਓ ਮੇਰੇ ਨਾਲ ਚੱਲੋ, ਕਿਸੇ ਹਿੰਦੂ ਪਰਿਵਾਰ ਦੇ ਘਰੇ ਜਾਣਾ, ਜਿੰਨਾ ਸਤਿਕਾਰ ਤੇ ਪਿਆਰ ਸਾਡਾ ਆ ਸ਼ਾਇਦ ਹੀ ਕਿਸੇ ਹੋਰ ਦਾ ਹੋਵੇ। ਸੋ ਇਹ ਗੱਲਾਂ ਛੋਟੀ ਸੋਚ ਦੀ ਜਿਹੜੀਆਂ ਹੁੰਦੇ ਨੇ ਨਾ, ਉਹਨਾਂ ਦੀਆਂ ਸੋਚਾਂ ਨੇ। ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆਉਣਾ ਹੈ। ਜਿਹੜਾ ਪਿਆਰ ਮੇਰਾ ਆਪਣੇ ਗੁਰਦਾਸਪੁਰ ਦੇ ਲੋਕਾਂ ਨਾਲ, ਚਾਹੇ ਕੋਈ ਹਿੰਦੂ ਆ, ਚਾਹੇ ਕੋਈ ਸਿੱਖ ਆ, ਚਾਹੇ ਕਿਸੇ ਧਰਮ ਨਾਲ ਵੀ ਆ, ਤੇ ਮੈਂ ਜੇ ਇਸ ਧਰਮ ਦੀ ਗੱਲ ਕਰਾਂ, ਹਿੰਦੂ ਇਹ ਜਿਹੜੇ ਕਹਿੰਦੇ ਨੇ, ਕੀ ਗੱਲ ਲੋਕਾਂ ਨੇ 20 ਸਾਲ ਇਹਨਾਂ ਨੂੰ 25 ਸਾਲ ਰਾਜਨੀਤੀ ਦੇ ਵਿੱਚ ਮੌਕਾ ਨਹੀਂ ਦਿੱਤਾ? ਕੀ ਗੱਲ ਇਹਨਾਂ ਨੂੰ ਹਨੂੰਮਾਨ ਚੌਂਕ ਦਿਖਿਆ ਨਹੀਂ ਜਿੱਥੇ ਪੁਲਿਸ ਚੌਂਕੀ ਸੀਗੀ? ਪੁੱਛਣਾ ਪੈਂਦਾ ਸੀ ਗੱਡੀ ਖਿਲਾਰ ਕੇ ਕਿ ਹਨੂੰਮਾਨ ਚੌਂਕ ਕਿਹੜਾ ਬਈ? ਫਿਰ ਦੱਸੀਦਾ ਇਹੀ ਹੈ ਜੀ। ਅੱਜ ਪੁੱਛੋ ਹਾਂ ਤੁਸੀਂ ਕਿ ਹਨੂੰਮਾਨ ਚੌਂਕ, ਪੁੱਛਣਾ ਤੇ ਨਹੀਂ ਪੈਂਦਾ। ਬਾਈਪਾਸ ਤੋਂ ਦਿਖਦਾ ਗਿਆ ਉਹ ਹਨੂੰਮਾਨ ਚੌਂਕ ਆ। ਤੇ ਕਿਹਨੇ ਬਣਾਇਆ ਹੈ? ਮੈਂ ਹਿੰਦੂ ਤੇ ਨਹੀਂ, ਪਰ ਹਿੰਦੂ ਧਰਮ ਦਾ ਸਤਿਕਾਰ ਕਰਦਾ, ਹਰ ਧਰਮ ਦਾ ਸਤਿਕਾਰ ਕਰਦਾ। ਪਰਸ਼ੂਰਾਮ ਚੌਂਕ ਬਣਾਇਆ, 20 ਸਾਲ ਤੋਂ ਡਿਮਾਂਡ ਸੀ, ਇਹਨਾਂ ਨੂੰ ਮੌਕਾ ਨਹੀਂ ਦਿੱਤਾ ਲੋਕਾਂ ਨੇ। ਕਿਉਂ ਨਹੀਂ ਬਣਾਇਆ? ਫਿਰ ਮਾਈਗਾ ਮੰਦਰ ਤਲਾਬ ਆ, 30 ਲੱਖ ਰੁਪਇਆ ਹੁਣ ਮੈਂ ਉਸ ਮੰਦਰ ਲਈ ਦਿੱਤਾ। ਇਹ ਹਿੰਦੂ ਇਹ ਨੇ ਕਿ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ। ਮੇਰੇ ਬਜ਼ੁਰਗ ਸਰਦਾਰ ਕਰਤਾਰ ਸਿੰਘ ਪਾੜਾ ਜੀ ਨੇ ਜੋ ਗੁੜਤੀ ਦਿੱਤੀ ਹੋਈ, ਉਸ ਗੁੜਤੀ ਤੋਂ ਕਦੇ ਵੀ ਮੈਂ ਭਟਕਾਂਗਾ ਨਹੀਂ, ਕਿਉਂਕਿ ਮੈਂ
ਮੈਂ ਜਿਸ ਪਰਿਵਾਰ ਚੋਂ ਮੇਰੇ ਖਿਆਲ ਨਾਲ ਜਿੰਨੀ ਆ ਕੱਲ੍ਹ ਟਿਕਟ ਅਨਾਉਂਸ ਹੋਈ ਆ ਸਾਰੇ ਸ਼ਹਿਰ 'ਚ ਪਟਾਕੇ ਚੱਲੇ ਆ, ਹਰ ਛੱਤ ਤੇ ਪਟਾਕੇ ਚੱਲੇ ਆ। ਔਰ ਦੂਸਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਟੈਲੀਫੋਨ ਆਏ ਆ ਵਧਾਈ ਲਈ, ਤੇ ਫਿਰ ਇਹਨੂੰ ਕੀ ਕਹੋਗੇ? ਜਿਹੜਾ ਵਿਰੋਧੀ ਹੁੰਦਾ ਉਹਨੂੰ ਕਦੀ ਕੋਈ ਵਿਰੋਧੀ ਟੈਲੀਫੋਨ ਨਹੀਂ ਕਰਦਾ। ਮਾਈਕੇ ਤਲਾਬ ਮੰਦਿਰ ਦੀ ਗੱਲ ਕਰਦੇ ਹੋ, ਪਿਛਲੇ ਦਿਨੀ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਤੁਹਾਡੇ ਖਿਲਾਫ ਕਿ ਉਹਦਾ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਉਦਘਾਟਨ ਹੋ ਚੁੱਕਾ ਸੀ, ਉੱਥੇ ਕੰਮ ਚੱਲ ਰਿਹਾ ਸੀ। ਜਾ ਕੇ ਵਰਿੰਦਰਵੀਰ ਸਿੰਘ ਪਾੜਾ ਨੇ ਉਹਦਾ ਉਦਘਾਟਨ ਕਰਕੇ ਉਹਦੀ ਕੋਸ਼ਿਸ਼ ਕੀਤੀ ਹੈ ਉੱਤੇ ਵੋਟ ਬੈਂਕ ਨੂੰ ਆਪਣਾ 10 ਸਾਲ ਐਮਐਲਏ ਰਹੇ ਆ, 10 ਸਾਲ ਐਮਐਲਏ ਰਹੇ। ਮਾਈਕੇ ਮੰਦਿਰ ਤਲਾਬ ਦਾ ਨਿਰਮਾਣ ਕਿਉਂ ਨਹੀਂ ਕਰਾ ਸਕੇ? 4.5 ਪੌਣੇ 5 ਸਾਲ ਮੇਰੇ ਨਿਕਲ ਗਏ। ਮਾਈ ਦੇ ਤਲਾਬ ਮੰਦਿਰ ਦਾ ਜਿਹੜਾ ਕਿਉਂ ਨਹੀਂ ਇਹ ਨਿਰਮਾਣ ਕਰਾ ਸਕੇ? ਜਾਓ ਦੱਸੋ, ਆਓ ਚੱਲੀਏ ਉੱਥੇ ਲਾਈਵ ਜਾ ਕੇ ਦਿਖਾਵਾਂ ਮੈਂ ਹਾਲਾਤ, ਮੈਂ ਤੁਹਾਨੂੰ ਹਾਲਾਤ ਦਿਖਾਵਾਂ, ਤੁਹਾਡੇ ਅੱਖਾਂ 'ਚੋਂ ਹੰਝੂ ਨਿਕਲ ਆਉਣਗੇ। ਮੈਂ ਜਾਂਦਾ ਸੀਗਾ, ਮੈਨੂੰ ਮੱਥਾ ਟਿਕਾ ਕੇ ਬਾਹਰੋਂ ਲੈ ਆਉਂਦੇ ਸੀ, ਪਰ ਜਿਸ ਦਿਨ ਮੈਂ ਉਦਘਾਟਨ ਕਰਾਉਣ ਗਿਆ, ਜਦੋਂ ਮੈਂ ਪੰਡਤ ਜੀ ਨੂੰ ਮੈਨੂੰ ਅੰਦਰ ਲੈ ਕੇ ਗਏ, ਕਹਿਣਾ ਨਹੀਂ ਚਾਹੁੰਦਾ ਮੈਂ, ਪਰ ਜੇ ਅਸੀਂ ਇੰਨੇ ਗੁਰੂ ਘਰ ਦੇ, ਮੈਂ ਜਿਸ ਦਿਨ ਗਿਆ ਮੇਰੇ ਅੱਖਾਂ 'ਚੋਂ ਹੰਝੂ ਆਏ ਕਿ ਕੋਈ ਇਹੋ ਜਿਹਾ ਕਮਰਾ ਨਹੀਂ ਸੀ ਜਿਸ 'ਚੋਂ ਪਾਣੀ ਨਹੀਂ ਸੀ ਚੋਰਿਆ। ਇਸ ਮੰਦਿਰ ਦੀ ਨਿਰਮਾਣ ਦੀ ਇਹ ਗੱਲ ਕਰਦੇ ਆ। ਮੈਂ ਕੋਈ ਵੋਟਾਂ ਕਰਕੇ ਨਹੀਂ ਕੀਤੀ ਰਾਜਨੀਤੀ, ਮੈਂ ਜੇ ਵੋਟਾਂ ਕਰਕੇ ਕਰਦਾ, ਜਿੱਦਣ ਮਿਊਨਸੀਪਲ ਕਮੇਟੀ ਦੀਆਂ ਇਲੈਕਸ਼ਨ ਆਈਆਂ ਸੀ ਮੈਂ ਸਟੇਜਾਂ 'ਤੇ ਕਿਹਾ ਸੀ ਕਿ ਮੈਂ ਇਸ ਮੰਦਿਰ ਦਾ ਨਿਰਮਾਣ ਕਰਾਉਣਾ ਚਾਹੁੰਦਾ, ਪਰ ਇਹਨਾਂ ਨੇ ਜਦੋਂ ਮੈਂ ਐਮਸੀ ਇਲੈਕਸ਼ਨ ਖਤਮ ਹੋਈ 3 4 5 7 ਦਿਨਾਂ ਬਾਅਦ ਹੀ ਇਹਨਾਂ ਨੇ ਉੱਥੇ ਜੇਸੀਪੀ ਨਾਲ ਮਾਰ ਕੇ 2 ਨੌਂਦਰਾਂ 'ਤੇ ਸ਼ੁਰੂ ਕਰਾਤਾ ਕਿ ਪਾੜਾ ਸ਼ੁਰੂ ਨਾ ਕਰਾਵੇ, ਤੇ ਮੈਂ ਆਰਾਮ ਨਾਲ ਘਰੇ ਬਹਿ ਗਿਆ। ਮੈਂ ਕੋਈ ਰਾਜਨੀਤੀ ਨਹੀਂ ਕੀਤੀ, ਮੈਂ ਪਾਵਰ ਸੀਗਾ, ਮੈਂ ਧੱਕੇ ਨਾਲ ਵੀ ਨਿਰਮਾਣ ਕਰਾ ਸਕਦਾ ਜੇ ਰਾਜਨੀਤਿਕ ਲਾਹਾ ਲੈਣਾ ਹੁੰਦਾ, ਤੇ ਮੈਂ ਉਹ ਚੀਜ਼ ਨੂੰ ਚੁੱਪ ਕਰਕੇ ਬਹਿ ਗਿਆ। ਮੈਂ ਕਿਹਾ ਜੀ ਇਹੋ ਹੀ ਕਰ ਲੈਣ। ਈਵਨ ਮੈਂ ਸੁਨਾਹ ਭੇਜਿਆ, ਮੈਂ ਕਿਹਾ ਇਹ ਮੰਦਿਰ ਦਾ ਨਿਰਮਾਣ ਕਰਨ, ਮੇਰੇ ਕੋਲ ਜੋ ਸਰਦਾ ਬਣਨ ਦੀ ਸੇਵਾ ਹੋਏਗੀ ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਹਾਂ। ਯਾਰ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਔਰ ਮੈਂ ਇਸ ਝਗੜੇ ਤੋਂ ਹੀ ਵੀ ਯਾਰ ਉੱਥੇ ਰੌਲਾ ਪਊਗਾ, ਇਹ ਬਣਾ ਲੈਣ, ਪਰ ਬਣਾਉਣ ਜ਼ਰੂਰ। ਅੱਜ ਹੁਣ ਮੇਰੀ ਇਲੈਕਸ਼ਨ ਸਿਰ ਤੇ ਖੜੀ ਸੀ, ਕੋਡ ਆਫ ਕੰਡਕਟ ਲੱਗਣ ਵਾਲਾ ਸੀ, ਮੈਂ ਸਟੇਜਾਂ 'ਤੇ ਕਿਹਾ ਹੋਇਆ ਸੀ, ਤੇ ਮੈਂ ਆਪਣੀ ਜ਼ਬਾਨ ਵਾਲਾ ਪੱਕਾ ਬੰਦਾ ਆ, ਮੈਂ ਕਿਉਂ ਨਾ ਨਿਰਮਾਣ ਕਰਾਉਂਦਾ ਬਈ। ਮੈਂ 30 ਲੱਖ ਰੁਪਇਆ ਟੈਂਡਰ ਲਵਾ ਕੇ ਖੋਲ੍ਹ ਕੇ ਪੈਸੇ ਦਿੱਤੇ ਨੇ, ਤੇ ਮੈਂ ਗਲਤੀ ਕੀ ਕੀਤੀ? ਕਿਉਂਕਿ ਮੈਂ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ। ਇਹ ਦੱਸਣਗੇ ਮੈਨੂੰ ਕਿ ਮੈਂ ਰਾਜਨੀਤੀ ਕਰ ਰਿਹਾ ਕਿ ਜਾਂ ਸੇਵਾ ਕਰ ਰਿਹਾ। ਮੈਂ ਰਾਜਨੀਤੀ ਨਹੀਂ ਕਰਦਾ। ਮੈਂ ਐਂਡ ਤੱਕ ਇਹਨਾਂ ਨੂੰ ਮੌਕਾ ਦਿੱਤਾ ਕਿ ਭਾਈ ਨਿਰਮਾਣ ਕਰਾਓ, ਤੁਸੀਂ ਕਰਾ ਦਿਓ। ਨਹੀਂ ਕਰਾ ਸਕੇ, ਮੈਂ ਆਪਣੇ ਵਾਅਦੇ ਤੇ ਲੋਕਾਂ ਦਾ ਜਿਹੜਾ ਕੀਤਾ ਸੀ ਉਹ ਪੂਰਾ ਕੀਤਾ। ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਵਿਕਾਸ ਦੀ ਗੱਲ ਕਰਦੇ ਹੋ, ਇੱਟਾਂ ਦੀ ਰਾਜਨੀਤੀ ਦੀ ਗੱਲ ਕਰਦੇ ਹੋ, ਔਰ ਉਧਰ ਆਪੋਜੀਸ਼ਨ ਤੁਹਾਡੇ ਉੱਤੇ ਇੱਟਾਂ ਦਾ ਇਲਜ਼ਾਮ ਲਾਉਂਦੀ ਹੈ ਕਿ ਤੁਹਾਡੇ ਆਪਣੇ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਨੇ ਉਹ ਇੱਟਾਂ ਬਣ ਕੇ ਆਉਂਦੀਆਂ ਨੇ। ਤੁਹਾਡੇ ਬਹੁਤ ਸਾਰੇ ਇੱਦਾਂ ਦੇ ਆਲਾ ਅਧਿਕਾਰੀਆਂ ਦੇ ਉੱਤੇ ਵੀ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਲੱਗੇ ਕਿ ਉਹਨਾਂ ਦੇ ਵੀ ਇੱਟਾਂ ਦੇ ਜਿਹੜੇ ਨੇ ਉਹ ਆਪਣੇ। ਮੈਂ ਤੁਹਾਨੂੰ ਪਹਿਲਾਂ ਹੀ ਇੱਕ ਗੱਲ ਕਹਿ ਦਿੱਤੀ ਕਿ ਵਿਰੋਧੀ ਕਾਹਦਾ, ਜਿਹੜਾ ਵਿਰੋਧ ਹੀ ਨਾ ਕਰੇ। ਮਜ਼ਾ ਤੇ ਉਸ ਚੀਜ਼ ਦਾ ਆ। ਇੱਕ ਕਿਤੇ ਕੋਈ, ਮੈਂ ਕਹਿੰਦਾ ਇੱਕ ਕੋਈ ਫੈਕਟਰੀ ਦਿਖਾ ਦਿਓ, ਮੈਂ ਪ੍ਰਮਾਤਮਾ ਕੋ ਹਾਜ਼ਰ ਨਾਜ਼ਰ ਕਰਕੇ ਕਹਿਣਾ ਆ, ਜੇ ਇੱਕ ਕੋਈ ਦਿਖਾ ਦੇ ਕਿ ਫੈਕਟਰੀ ਤੇ ਚਲੋ ਲਾਉਣੀ ਦੂਰ ਦੀ ਗੱਲ ਆ, ਕਿਸੇ ਨਾਲ ਮੇਰੀ ਸਾਂਝ ਵੀ ਸਾਡੇ ਪਰਿਵਾਰ ਦੀ ਹੋਵੇ ਵੀ ਇੱਥੋਂ ਇੱਟਾਂ ਚੁੱਕੋ ਜਾਂ ਕਹੋ, ਇਹ ਤੇ ਗੱਲਾਂ ਨਹੀਂ ਆ। ਆਪਾਂ ਇਹਨਾਂ ਚੀਜ਼ਾਂ ਤੇ ਨਹੀਂ ਬੈਠੇ। ਜੇ ਇਹਨਾਂ ਚੀਜ਼ਾਂ ਤੇ ਹੁੰਦੇ ਤੇ ਮੈਨੂੰ ਬੜੀਆਂ ਵੱਡੀਆਂ ਆਫਰਾਂ, ਜਦੋਂ ਇਹਨੇ ਪੁਲ ਦੀ 2 ਕਰੋੜ ਰੁਪਇਆ ਪੁਲ ਦਾ ਖਾ ਗਿਆ ਸੀਗਾ, ਮੈਂ ਪਰਚਾ ਕਰਾਇਆ ਵਿਜੀਲੈਂਸ ਦਾ, ਤੇ ਹੁਣ ਉਹ ਪੁਲ ਦਾ ਨਿਰਮਾਣ ਕਰਾ ਰਿਹਾ। ਮੈਨੂੰ ਉਹਦੇ ਵਿੱਚ ਮੇਰੀ ਗੱਡੀ ਦੇ ਵਿੱਚ ਟੈਚੀ ਰੱਖੇ ਗਏ ਸੀ ਬੜੇ, ਮੈਂ ਲੈਣੇ ਹੁੰਦੇ ਉਹ ਲੈ ਲੈਂਦਾ, ਤੁਹਾਨੂੰ ਵੀ ਪਤਾ ਨਹੀਂ ਸੀ ਲੱਗਣਾ ਵੀ ਲੈ ਲਏ ਆ। ਮੈਂ ਪੈਸੇ ਖਾਣ ਲਈ ਨਹੀਂ ਬਣਿਆ। ਇਹਨਾਂ ਨੂੰ ਇਹ ਲੱਗਦਾ ਕਿ ਜੋ ਪਰੰਪਰਾ ਅਸੀਂ ਕਰਦੇ ਰਹੇ ਸ਼ਾਇਦ ਇਹ ਵੀ ਐਮਐਲਏ ਕਰਦਾ ਆ। ਬਿਲਕੁਲ ਸਾਫ਼ ਬੰਦੇ ਆ। ਉਹ ਸਾਬਤ ਜਿੱਦਣ ਕਰ ਦੇਗਾ, ਇਹ ਕਹਿੰਦੇ ਜਿੱਦਣ ਕੋਡ ਲੱਗਣਾ ਸਾਬਤ ਕਰਾਂਗੇ ਵੀ ਇਹਨਾਂ ਨੇ ਕਿੱਥੋਂ ਕੀ ਖਾਧਾ, ਕਰੋ ਸਾਬਤ। ਮੈਂ ਚਲਦੀ ਇਲੈਕਸ਼ਨ ਛੱਡ ਦਿੰਦਾ, ਉਹ ਕਰੋ ਤੇ ਸਹੀ ਸਾਬਤ। ਕਿਹਾ ਕੁਛ ਨਹੀਂ ਹੁੰਦਾ। ਐਮਸੀ ਇਲੈਕਸ਼ਨ ਦੇ ਵਿੱਚ ਬੜਾ ਰੌਲਾ ਪਾਇਆ ਇਹਨਾਂ ਨੇ, ਇਹ ਜੀ ਮੰਦਰਾਂ ਤੇ ਕਬਜ਼ੇ ਕਰਦੇ ਆ, ਇਹ ਫਲਾਣਾ ਕਰਦੇ। ਮੈਂ ਜਵਾਬ ਨਹੀਂ ਦਿੱਤਾ। ਮੈਂ ਕਿਹਾ ਜਿੱਦਣ ਗਿਣਤੀ ਹੋਣੀ ਆ ਐਮਸੀ ਇਲੈਕਸ਼ਨਾਂ 'ਚ ਲੋਕ ਜਵਾਬ ਦੇਣਗੇ। ਦਿੱਤਾ ਨਹੀਂ, ਲੋਕਾਂ ਨੇ ਜਵਾਬ ਦਿੱਤਾ। ਮੈਨੂੰ ਖੁਸ਼ੀ ਹੋਈ ਕਿ ਯਾਰ ਲੋਕ ਕੰਮ ਨੂੰ ਪਿਆਰ ਕਰਨ ਲੱਗ ਗਏ ਆ, ਲੋਕ ਅਵੇਅਰ ਹੋ ਗਏ ਆ। ਲੋਕ ਅੱਜ ਫੇਸਬੁੱਕ, ਵਟਸਐਪ, ਹਰ ਛੋਟੇ ਤੋਂ ਛੋਟਾ ਜਿਹੜਾ ਉਹ ਹਰ ਬੰਦਾ ਅਟੈਚਡ ਆ ਕਿਸੇ ਨਾ ਕਿਸੇ ਨਾਲ। ਉਹ ਪਹਿਲਾ ਜ਼ਮਾਨਾ ਨਹੀਂ ਆ ਕਿ ਇੱਕ ਚੌਧਰੀ ਤੇ ਮਗਰ ਸਾਰਾ ਹੀ ਬੰਦਾ ਉਹਦੇ ਮਗਰ ਵੀ ਆ ਮੇਰਾ ਹੀ ਆ ਸਾਰਾ ਕੁਝ। ਹੁਣ ਹਰ ਬੰਦਾ ਸਿੱਧਾ ਡਾਇਰੈਕਟ ਕੰਟਰੈਕਟ ਦੇ ਵਿੱਚ ਆ, ਔਰ ਹਰ ਬੰਦਾ ਅਵੇਅਰ ਆ। ਜੇ ਮੈਂ ਇਲੈਕਸ਼ਨ ਵਾਲੇ ਦਿਨ ਪਰਨਾ ਬਣ ਕੇ ਘਰ ਬੈਠਾ ਰਿਹਾ, 29 ਜਿਤਾਈਆਂ ਲੋਕਾਂ ਨੇ। ਕਿਉਂ ਜਿਤਾਈਆਂ? ਮੇਰੇ ਤੇ ਵਿਸ਼ਵਾਸ ਸੀ। ਮੈਂ ਸ਼ਹਿਰ 'ਚ ਗੁੰਡਾਗਰਦੀ ਨਹੀਂ ਕੀਤੀ, ਮੈਂ ਸ਼ਹਿਰ 'ਚ ਮੀਟਰ ਨਹੀਂ ਕਟਾਏ, ਮੈਂ ਸ਼ਹਿਰ 'ਚ ਦੁਕਾਨਾਂ ਤੇ ਕਬਜ਼ੇ ਨਹੀਂ ਕਰਾਏ, ਮੈਂ ਛੱਪੜਾਂ ਤੇ ਕਬਜ਼ੇ ਨਹੀਂ ਕਰਾਏ, ਮੈਂ ਪਲਾਟਾਂ ਤੇ ਕਬਜ਼ੇ ਨਹੀਂ ਕਰਾਏ।
ਇਹ ਜਿੰਨੀ ਮਰਜ਼ੀ ਰੌਲਾ ਪਾਈ ਜਾਣ ਮੈਨੂੰ, ਮੇਰੇ ਲੋਕਾਂ ਨੇ ਜਵਾਬ ਦੇਣਾ ਸ਼ਹਿਰ ਦੇ। ਤੇ ਆਹ ਜਿਹੜੀ ਇਲੈਕਸ਼ਨ ਹੈ ਇਹਦੇ 'ਚ ਵੀ ਉਹਨਾਂ ਨੇ ਜਵਾਬ ਦੇਣਾ ਆ, ਮਤਦਾਤਾ ਨੇ ਜਵਾਬ ਦੇਣਾ, ਲੀਡਰਾਂ ਜਵਾਬ ਨਹੀਂ ਦੇਣਾ। ਮੈਦਾਨ 'ਚ ਸਾਰੇ ਆਉਂਦੇ ਹੁੰਦੇ ਆ, ਪਰ ਜਵਾਬ ਦੇ ਲੋਕਾਂ ਨੇ ਦੇਖਣਾ ਕਿ ਇਮਾਨਦਾਰੀ ਨਾਲ ਕੰਮ ਕਿਹਨੇ ਕੀਤਾ, ਸ਼ਹਿਰ ਦੀ ਡਿਵੈਲਪਮੈਂਟ ਕਿਹਨੇ ਕੀਤੀ ਆ। ਤੁਸੀਂ ਮੈਨੂੰ ਦੱਸੋ, ਮੈਂ ਤਾਂ ਚਲੋ ਮੂੰਹ ਤੋਂ ਕੀ ਕਹਿਣਾ, 17 ਦੇ ਵਿੱਚ ਸਾਡਾ ਹੀ ਗੁਰਦਾਸਪੁਰ 3583 ਨੰਬਰ 'ਤੇ ਸੀ ਨਾਰਥ ਜ਼ੋਨ ਦੇ ਵਿੱਚ, ਨਾਰਥ ਇੰਡੀਆ 'ਚ। ਅੱਜ ਗੁਰਦਾਸਪੁਰ 50 ਰੈਂਕ ਆਇਆ, ਮੇਰੀ ਤੇ ਨਹੀਂ ਉਹ ਐਪ, ਦਿੱਲੀ ਦੀ ਸਰਕਾਰ ਦੀ ਹੈ, ਸਵੱਛ ਭਾਰਤ ਦੀ ਐਪ। 3500 ਕਮੇਟੀਆਂ ਪਿੱਛੇ ਛੱਡੀਆਂ, ਕੋਈ ਕਾਬਲੀਅਤ ਸੀ, ਕੋਈ ਕੰਮ ਕੀਤਾ ਤੇ ਛੱਡੀਆਂ ਨੇ ਨਾ। ਤੇ ਲੋਕ ਕਿਹਨੂੰ ਵੋਟ ਕਰਦੇ ਆ? ਲੋਕ ਜਿਹੜਾ ਲੀਡਰ ਚਾਹੁੰਦੇ ਉਹ ਤੋਂ ਕੀ ਆਸ ਕਰਦੇ ਆ? ਇਹੋ ਆਸ ਕਰਦੇ ਨੇ ਕਿ ਡਿਵੈਲਪਮੈਂਟ ਕਰੇ। ਸਾਡੇ ਗੁਰਦਾਸਪੁਰ ਨੂੰ ਪਿੰਡ ਨਾ ਕਿਹਾ ਜਾਏ। ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜੇ ਤੁਸੀਂ ਕੁਝ ਗਲਤ ਕੀਤਾ ਤੇ ਤੁਹਾਡੀ ਸ਼ਿਕਾਇਤ ਹੁੰਦੀ, ਪਰ ਸਟੇਜਾਂ ਤੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਥਾਣੇ ਦੀਆਂ ਕਿਤਾਬਾਂ ਤੁਹਾਡੇ ਘਰੇ ਨੇ, ਔਰ ਜਿੰਨੀਆਂ ਵੀ ਸ਼ਿਕਾਇਤਾਂ ਹੁੰਦੀਆਂ ਉਹ ਤੁਹਾਡੇ ਘਰੋਂ ਹੁੰਦੀਆਂ, ਤੇ ਸ਼ਿਕਾਇਤਾਂ ਦਾ ਨਿਪਟਾਰਾ ਵੀ ਬਹਿ ਕੇ ਤੁਹਾਡੇ ਘਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੈ। ਫਿਰ ਇੰਨੀ ਹਿੰਮਤ ਲੋਕਾਂ ਦੇ ਵਿੱਚ ਹੈਗੀ ਹੈ ਕਿ ਉਹ ਤੁਹਾਡੇ ਉੱਤੇ ਸ਼ਿਕਾਇਤ ਕਰਨ, ਤੁਹਾਡੇ ਹੀ ਘਰ ਦੇ ਵਿੱਚ ਕਿਤਾਬਾਂ ਪਈਆਂ ਹੋਣ। ਅੱਜ ਕੋਡ ਲੱਗਾ, ਜਿੱਦਾਂ ਦੇ ਉੱਦਾਂ ਦਾ ਮੈਂ। ਜਿੰਨੇ ਅਕਾਲੀ ਦੇ ਜਿਹੜੇ ਕਹਿੰਦੇ ਨਾ ਢੇਰ ਲੱਗੇ ਕਿਤਾਬਾਂ ਦੇ, ਮੈਂ ਕਹਿੰਦਾ ਕਿ ਕੋਈ ਬੰਦਾ ਖੜਾ ਕਰ ਦਿਓ। ਜਿਹੜੇ ਕਿਤਾਬਾਂ ਦੇ ਢੇਰ ਮੈਂ ਪਰਚੇ ਕਰਾਏ ਨੇ, ਫਿਰ ਸਵਾਦ ਆਉਂਦਾ। ਕਹਿਣ ਦੀ ਗੱਲ ਕਿਹੜੀ ਆ, ਤਿੰਨੇ ਥਾਣੇ ਵਿਹਲੇ ਪਏ ਆ। ਚੱਲ ਸਭ ਬਾਕੀ ਛੱਡੋ, RTI ਪਾ ਲਓ। ਜਿਹੜੇ ਇਹਨਾਂ ਦੀ ਟਨਿਓਰ ਰਹੀ ਆ ਉਹਦੀ RTI ਪਾ ਲਓ, ਤੇ ਮੇਰੀ ਟਨਿਓਰ ਦੀ RTI ਪਾ ਲਓ। ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਇਹੋ ਹੀ ਸਿਵਲ ਹਸਪਤਾਲ ਸੀ ਜਿੱਥੇ 10 ਛੱਬੀਆਂ ਰੋਜ਼ ਦੀਆਂ ਬਣਦੀਆਂ ਸੀ, ਬੁੱਚੜਖਾਨਾ ਬਣਾਇਆ ਸੀ ਇਹਨਾਂ ਲੋਕਾਂ ਨੇ। ਅੱਜ ਉਹੀ ਸਿਵਲ ਹਸਪਤਾਲ ਆ, ਜਾਓ ਹਸਪਤਾਲ, ਜੇ ਉੱਥੇ 1 ਛੱਬੀ ਵੀ ਬਣਦੀ ਹੋਵੇ ਤਾਂ ਮੈਨੂੰ ਫੜ ਲਿਓ। ਇਹ ਗੱਲਾਂ ਕਹਿਣ ਦੀਆਂ ਨੇ, ਲੋਕ ਜਾਣਦੇ ਨੇ। ਤੁਸੀਂ ਦੱਸੋ, ਬਾਵੇ ਦੇ ਮੀਟਰ ਕੱਟਿਆ ਹੀ ਨਹੀਂ ਕੱਟਿਆ? ਬਾਵਾ ਮੈਡੀਕਲ ਸਟੋਰ ਦਾ ਕੱਟਿਆ ਕਿ ਨਹੀਂ ਕੱਟਿਆ? ਬੰਬ ਦੇ ਢਾਬੇ ਨੂੰ ਤੰਗ ਕੀਤਾ ਹੀ ਨਹੀਂ ਕੀਤਾ? ਤੁੱਲੀ ਲੈਬੋਰਟਰੀ ਵਾਲੇ ਦੇ ਮਗਰ ਇਹਨੇ ਜਗ੍ਹਾ ਲਈ ਸੀ, ਉਹਨੂੰ ਕਹਿੰਦਾ ਆਪਣੀ ਜਗ੍ਹਾ ਅੱਗੋਂ ਫਰੰਟ ਖਾਲੀ ਕਰ, ਮੈਂ ਸੜਕ ਤੇ ਆਉਣਾ। ਆਇਆ ਕਿ ਨਹੀਂ ਆਇਆ? ਕਹਿੰਦਾ ਸੀ ਕਿ ਨਹੀਂ? ਅਜੇ TV ਸੈਂਟਰ ਵਾਲੇ ਉਹਨੇ ਤੰਗ ਕੀਤਾ ਨਹੀਂ ਕੀਤਾ? ਮੈਂ ਕਿਹੜੀਆਂ ਗੱਲਾਂ ਦੱਸਾਂ। ਦਾਖਾਨੇ ਚੌਂਕ ਦੇ ਵਿੱਚ ਜਦੋਂ ਉਹ ਛੱਪੜ ਦਾ ਕਬਜ਼ੇ ਦਾ ਰੌਲਾ ਸੀਗਾ, ਅਸੀਂ ਸਾਰੇ ਧਰਨਾ ਦਿੰਦੇ ਸੀ। ਇਹੋ ਰਮਨ ਬਹਿਲ ਵੀ ਧਰਨਾ ਦਿੰਦਾ ਸੀਗਾ। ਤੇ ਜੋ ਹਾਲਾਤ ਉੱਥੇ ਦਾਖਾਨੇ ਚੌਂਕ ਦੇ ਵਿੱਚ ਹੋਏ ਸੀ ਇਸੇ ਲੀਡਰ ਦੇ ਨਾਲ, ਬਾਅਦ 'ਚ ਆਪਾਂ ਦੋਵੇਂ ਭਰਾ ਇਹ ਜੱਫੀਆਂ ਪਾਉਣ ਲੱਗ ਗਏ। ਕੀ ਕਿਰਦਾਰ ਰਹਿ ਗਿਆ ਸਾਡਾ? ਜਿਹਨੇ ਕੁਛ ਕੀਤਾ ਆ ਗਲਤ, ਉਹ ਵੀ ਦੱਸਣ ਦੀ ਲੋੜ ਨਹੀਂ, ਲੋਕ ਜਾਣਦੇ ਆ। ਤੇ ਜੇ ਮੈਂ ਕੁਛ ਕੀਤਾ ਹੋਊਗਾ ਤੇ ਮੇਰੇ ਲੋਕ ਜਾਣਦੇ ਨੇ, ਮੈਨੂੰ ਦੇ ਦੇਣਗੇ ਜਵਾਬ ਵੋਟਾਂ 'ਚ ਵੀ ਭਾਈ ਤੂੰ ਵਾਕਿਆ ਹੀ ਇਹੋ ਰਾਜਨੀਤੀ ਗੰਦੀ ਕੀਤੀ ਹੈ, ਤੂੰ ਪਰਚੇ ਕਰਾਏ, ਮੀਟਰ ਕਰਾਏ, ਸ਼ਹਿਰੀਆਂ ਨੂੰ ਤੰਗ ਕੀਤਾ। ਤੇ ਫਿਰ ਮੈਂ ਗੁਨਾਹਗਾਰ ਹਾਂ, ਮੈਨੂੰ ਵੋਟ ਪੈਣੀ ਵੀ ਨਹੀਂ ਚਾਹੀਦੀ। ਤੇ ਜੇ ਮੈਂ ਨਹੀਂ ਗੁਨਾਹਗਾਰ ਤੇ ਪ੍ਰਮਾਤਮਾ ਸੁੱਖ ਰੱਖੇ, ਅੱਗੇ ਨਾ ਵੱਧ ਵੋਟਾਂ ਨਾਲ ਲੋਕ ਜਿਤਾਉਣਗੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਭਗਵੰਤ ਮਾਨ ਕਹਿੰਦੇ 34,000 ਕਰੋੜ ਰੁਪਇਆ ਅਸੀਂ ਜਿਹੜਾ ਆ ਉਹ ਕਰਪਸ਼ਨ ਦੇ ਵਿੱਚੋਂ ਲੈ ਆਵਾਂਗੇ, ਬਾਹਰ ਕੱਢ ਕੇ ਕਰਪਸ਼ਨ ਬੰਦ ਕੀਤੀ ਜਾਏਗੀ। ਤੁਹਾਨੂੰ ਲੱਗਦਾ ਕਿ ਪਿਛਲੇ 5 ਸਾਲ ਦੇ ਵਿੱਚ ਗੁਰਦਾਸਪੁਰ ਦਾ ਵੀ ਹਿੱਸਾ ਰਿਹਾ 34,000 ਕਰੋੜ? ਦੇਖੋ, ਹਾਂ, ਭਗਵੰਤ ਮਾਨ ਜੀ ਬਹੁਤ ਸਟੇਜ ਬਹੁਤ ਸੋਹਣੀ ਚਲਾਉਂਦੇ। ਸਟੇਜ ਚਲਾਉਣੀ ਤੇ ਸਟੇਟ ਚਲਾਉਣੀ ਦੋਨਾਂ 'ਚ ਬੜਾ ਡਿਫਰੈਂਸ ਹੈ। ਇਫ ਯੂ ਥਿੰਕ ਕਿ ਇਹ ਬੰਦਾ ਇੱਕ ਸਟੇਜ ਚਲਾਉਣ ਵਾਲਾ ਸਟੇਟ ਚਲਾ ਲੇਗਾ, ਨਹੀਂ ਚੱਲ ਸਕਦਾ। ਸੀਰੀਅਸਨੈਸ ਚਾਹੀਦੀ ਹੈ, ਨੌਲੇਜ ਚਾਹੀਦੀ ਹੈ, ਪਿਛੋਕੜ ਬੜਾ ਪੁਰਾਣਾ ਪਰਿਵਾਰ ਚਾਹੀਦਾ। ਬਾਰਡਰ ਏਰੀਆ ਨਾਲ ਸਟੇਟ ਲੱਗਦੀ ਹੈ। ਦੇਰ ਆਰ ਸੋ ਮੈਨੀ ਇਸ਼ੂਜ਼, ਸੈਂਸਿਟਿਵ ਇਸ਼ੂਜ਼, ਜਿਹੜੇ ਅਸੀਂ ਬਾਰਡਰ 'ਤੇ ਬੈਠੇ ਹਾਂ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਆ। ਨਾ ਕਿ ਦਿੱਲੀ ਕੇਜਰੀਵਾਲ ਸਾਹਿਬ ਨੂੰ ਪਤਾ ਆ ਕਿ ਪੰਜਾਬ ਦੀ ਬਾਰਡਰ ਸਟੇਟ ਨੂੰ ਕੀ ਖਤਰਾ ਆ ਬਾਰਡਰ ਤੋਂ। ਤੇ ਉਹ ਆ ਕੇ ਇੱਥੋਂ ਪੰਜਾਬ ਦੇ ਬਾਰਡਰ ਨੂੰ ਤੇ ਜਾਂ ਸਟੇਟ ਨੂੰ ਬਚਾਉਣਗੇ। ਇੱਥੇ ਤਾਂ ਪਤਾ ਨਹੀਂ ਪਹਿਲਾ ਗੋਲਾ ਗੁਰਦਾਸਪੁਰੀਆਂ 'ਤੇ ਵੱਜਣਾ। ਤੇ ਇਹ ਲੋਕ ਪੰਜਾਬ ਔਰ ਐਡੀ ਸੈਂਸਿਟਿਵ ਸਟੇਟ ਨੂੰ ਨਹੀਂ ਚਲਾ ਸਕਦੇ। ਇਹ ਗੱਲਾਂ ਸਟੇਜ ਚਲਾਉਣੀ, ਮੈਂ ਇੱਕੋ ਸ਼ਬਦ 'ਚ ਕਹਿ ਦਿੱਤਾ ਕਿ ਸਟੇਜ ਚਲਾਉਣੀ ਤੇ ਸਟੇਟ ਨੂੰ ਚਲਾਉਣਾ ਬੜਾ ਅੰਤਰ ਹੈ। ਤੇ ਜਿਹੜਾ ਇਹ ਕਹਿੰਦੇ ਆ ਨਾ ਕਿ ਪੈਸਾ ਲੈ ਕੇ ਆਵਾਂਗੇ, ਇੰਨਾ ਕਰੋੜ ਆ ਹੋ ਗਿਆ, ਕਰਪਸ਼ਨ ਹੋ ਗਈ, ਭਾਈ ਇਹ ਤੇ ਸੈਂਟਰ ਸਰਕਾਰ ਨੇ ਵੀ ਕਿਹਾ ਸੀਗਾ ਕਿ ਇੰਨਾ ਕਾਲਾ ਧਨ ਆਏਗਾ ਕੋਈ। ਇਹ ਰਾਜਨੀਤਿਕ ਸਲੋਗਨ ਹੁੰਦੇ ਨੇ ਕਿ ਨਾਰਾ ਦਓ, ਲੋਕ ਮਗਰ ਲਾਗੇ ਨਹੀਂ ਲੱਗੇ ਤੇ ਨਾ ਸਹੀ। ਕਿੰਨਾ ਕਾਲਾ ਧਨ ਆਇਆ? ਚੱਲ ਤੁਸੀਂ ਦੱਸ ਦਿਓ, ਆਇਆ ਕੋਈ ਕਾਲਾ ਧਨ ਵਾਪਸ? ਰਿਜ਼ਰਵ ਬੈਂਕ ਨੇ ਉਹਦੀਆਂ ਅੰਕੜੇ ਦੇ ਦਿੱਤੇ ਸੀ ਕਿ ਸਾਰਾ ਪੈਸਾ ਜਿਹੜਾ ਵਾਪਸ ਉਹਦੇ ਵਿੱਚ ਆ ਗਿਆ। ਕੋਈ ਇੱਕ ਪੈਸਾ ਕਾਲਾ ਧਨ ਨਹੀਂ ਆਇਆ ਲੋਕਾਂ ਤੋਂ। ਉਹ 15 ਲੱਖ ਆਇਆ ਕਿਸੇ ਦੇ ਖਾਤੇ 'ਚ। ਅੱਜ ਕਾਂਗਰਸ ਸਰਕਾਰ ਵੇਲੇ ਸਿਲੰਡਰ 280 ਰੁਪਏ ਦੇ 280, 240, 320 ਰੁਪਏ ਤੱਕ ਮੈਕਸੀਮਮ ਰਿਹਾ ਸੀ। ਅੱਜ ਸਿਲੰਡਰ 1000 ਰੁਪਏ ਦਾ ਹੈ। ਕਿਹੜਾ ਗਰੀਬ 1000 ਰੁਪਏ ਦਾ ਸਿਲੰਡਰ ਭਰਾ ਸਕਦਾ? ਅੱਜ ਪੈਟਰੋਲ 100 ਰੁਪਏ ਚਲਾ ਗਿਆ, ਡੀਜ਼ਲ 100 ਰੁਪਏ ਚਲਾ ਗਿਆ। ਲੋਕ ਇਹਨਾਂ ਜਦੋਂ ਡੀਜ਼ਲ ਪੈਟਰੋਲ ਵੱਧਦੇ ਨੇ ਨਾ, ਉਦੋਂ ਮਹਿੰਗਾਈ ਵੱਧਦੀ ਹੈ, ਉਦੋਂ ਟਰਾਂਸਪੋਰਟੇਸ਼ਨ ਦਾ ਖਰਚਾ ਵੱਧਦਾ ਆ।
ਇਹ ਸਾਡੀ ਸਰਕਾਰ ਨੇ ਤੇ ਫਿਰ ਬੜਾ ਵੱਡਾ ਜ਼ਿਕਰਾ ਕੀਤਾ, 10 ਰੁਪਏ ਪੈਟਰੋਲ ਘਟਾਇਆ, 5 ਰੁਪਏ ਡੀਜ਼ਲ ਘਟਾਇਆ। ਇਹ ਲੋਕ ਕਹਿੰਦੇ ਇੰਪਲੀਮੈਂਟ ਨਹੀਂ ਹੁੰਦੇ, ਐਲਾਨ ਹੁੰਦੇ ਆ। ਤੁਸੀਂ ਦੱਸੋ, ਤੁਸੀਂ ਜਾਂਦੇ ਹੋ ਤੇਲ ਪਾਉਣ, ਪੈਟਰੋਲ 100 ਲੀਟਰ ਪਾਓ, ਗੱਡੀ 1000 ਰੁਪਏ ਬਚਦਾ ਨਹੀਂ ਮੌਕੇ ਤੇ। 200 ਲੀਟਰ ਡਰਮ ਭਰਾਓ, 1000 ਰੁਪਏ ਬਚਦਾ ਨਹੀਂ ਮੌਕੇ ਤੇ। ਪਿਛਲੇ 5 ਸਾਲ ਬਿਜਲੀ ਦੇ ਬਿੱਲ ਪੁਰਾਣੇ ਜਿਹੜੇ ਬਕਾਏ ਸੀ ਕਿ ਮਾਫ ਹੋਏ ਨਹੀਂ ਹੋਏ? 3 ਰੁਪਏ ਬਿਜਲੀ ਦਾ ਬਿੱਲ ਘਟਿਆ ਨਹੀਂ ਘਟਿਆ? ਮੈਂ ਕੱਲ ਪਰਸੋਂ ਕਿਤੇ ਮੰਦਿਰ 'ਚ ਮੱਥਾ ਟੇਕਣ ਗਿਆ ਸੀ, ਮੈਨੂੰ ਬਾਬਾ ਜੀ ਕਹਿੰਦੇ ਸਾਡਾ 1,20,000 ਰੁਪਇਆ ਬਿੱਲ ਆਉਂਦਾ ਹਰ ਮਹੀਨੇ, ਤੇ ਜਦੋਂ ਦੇ ਕਹਿੰਦੇ ਆ ਬਿੱਲ ਘਟਿਆ ਸਾਡਾ 30,000 ਰੁਪਇਆ ਬਿੱਲ ਆਉਂਦਾ। ਕਿੱਡੀ ਵੱਡੀ ਰਾਹਤ ਆ। ਗੁੰਮਰਾਹ ਕਰਨਾ ਤੇ ਜੋ ਮਰਜ਼ੀ ਕਹੀ ਜਾਓ। ਮੈਂ ਵੀ ਕਹਿ ਦਿੰਦਾ ਕਿ ਮੇਰੀ ਇਲੈਕਸ਼ਨ ਆ ਗਈ ਆ ਤੇ ਮੈਂ ਜਿੰਨਾ ਝੂਠ ਬੋਲ ਸਕਦਾ ਬੋਲਣਾ, ਭਾਈ ਮੈਨੂੰ ਵੋਟਾਂ ਪਾਓ, ਮੈਂ ਪੈਂਦੇ ਲੱਖ ਰੁਪਏ ਦਾ ਚੈੱਕ ਹਰ ਇੱਕ ਮੈਂਬਰ ਨੂੰ ਦਾਂਗਾ। ਨਹੀਂ ਦੇ ਸਕਦੇ, ਨਹੀਂ ਝੂਠ ਬੋਲ ਸਕਦੇ। ਲੋਕਾਂ ਦਾ ਵਿਸ਼ਵਾਸ ਲੀਡਰ ਨਾ ਤੋੜਨ ਇੱਕ ਕੁਰਸੀ ਦੇ ਖਾਤਰ। ਮੈਂ ਕਮਿਟਮੈਂਟ ਕੀਤੀਆਂ ਸੀ, ਮੈਂ ਆਪਣੀ ਕਮਿਟਮੈਂਟਸ ਤੇ ਖਰਾ ਉਤਰ ਕੇ 22 ਦੇ ਚੋਣ ਮੈਦਾਨ 'ਚ ਆਇਆ, ਔਰ ਜਿਹੜੀਆਂ ਕਮਿਟਮੈਂਟਸ ਅੱਜ ਕਰਾਂਗਾ ਤੇ 27 ਦੀ ਇਲੈਕਸ਼ਨ ਲੜਾਂਗਾ। ਇਹ ਮੇਰਾ ਅਗਲਾ ਸਵਾਲ ਸੀ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਤੁਸੀਂ ਆਏ, ਲੋਕਾਂ ਦੇ ਨਾਲ ਵਾਅਦੇ ਕੀਤੇ, ਕੋਸ਼ਿਸ਼ ਵੀ ਤੁਸੀਂ ਕਹਿ ਰਹੇ ਹੋ ਕਿ ਕੀਤੀ ਕਿ ਸਾਰਾ ਵਿਕਾਸ ਕਰਾਉਣ ਦੀ ਕੋਸ਼ਿਸ਼ ਕੀਤੀ। ਜੇ ਤੁਹਾਨੂੰ ਲੋਕ ਅੱਗੇ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਜਿਹੜੇ 5 ਸਾਲ ਨੇ ਉਹਦੇ ਵਿੱਚ ਠੀਕ ਹੈ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕੰਮ ਕੀਤੇ ਨੇ, ਅਗਲੇ 5 ਸਾਲ ਵਾਸਤੇ ਤੁਹਾਡੇ ਕੀ ਪਲਾਨ ਨੇ, ਤੁਹਾਡੇ ਰੋਡ ਮੈਪ ਕੀ ਨੇ, ਔਰ ਕਿਉਂ ਤੁਹਾਨੂੰ ਲੋਕ ਜਿਹੜੇ ਆ ਵੋਟਾਂ ਪਾਉਣਗੇ ਕਿ ਅਗਲੇ 5 ਸਾਲ ਜਿਹੜੇ ਆ ਉਹ ਪੰਜਾਬ ਦੇ ਕਰਪਸ਼ਨ ਰਹਿਤ ਹੋਣਗੇ, ਨਸ਼ਾ ਰਹਿਤ ਹੋਣਗੇ, ਜਾਂ ਲੋਕਾਂ ਨੂੰ ਰੁਜ਼ਗਾਰ ਮਿਲ ਪਾਏਗਾ, ਜਾਂ ਜਿਹੜੇ ਰਹਿੰਦੇ ਕੰਮ ਜਿੱਦਾਂ ਬਹੁਤ ਸਾਰੇ ਕੰਮ ਗੁਰਦਾਸਪੁਰ ਦੇ ਵਿੱਚ ਵੀ ਕਰਨ ਵਾਲੇ ਕੁਝ ਬੜੇ ਇਹੋ ਜਿਹੇ ਕੰਮ ਨੇ ਜਿਹੜੇ ਮੇਰੇ ਮਨ ਦੀ ਖੁਆਇਸ਼ ਆ ਕਿ ਮੇਰੇ ਗੁਰਦਾਸਪੁਰ ਦੇ ਕੰਮ ਹੋਣ। ਮੈਂ ਚਾਹੇ MLA ਬੜੀ ਜਦੋਜਹਿਦ ਕੀਤੀ, ਗੁਰਦਾਸਪੁਰ ਨੂੰ ਇੱਕ ਸੈਨਿਕ ਸਕੂਲ ਲਿਆ ਕੇ ਦਿੱਤਾ ਹੈ, ਔਰ ਇਹ ਕੋਈ ਛੋਟੀ ਗੱਲ ਨਹੀਂ। ਗੁਰਦਾਸਪੁਰ ਨੂੰ ਸੈਨਿਕ ਸਕੂਲ ਸੈਂਕਸ਼ਨ ਹੋ ਚੁੱਕਾ, ਉਹਦੇ ਕੋਈ ਓਬਜੈਕਸ਼ਨ 2-3 ਲੱਗੇ ਨੇ, ਡਿਫੈਂਸ ਮਿਨਿਸਟਰ ਸਾਹਿਬ ਨੇ ਲਾਏ ਨੇ, ਔਰ ਓਬਜੈਕਸ਼ਨ ਜਦੋਂ ਰਿਮੂਵ ਹੋ ਕੇ ਆਉਂਦੇ ਆ, ਇੱਥੇ ਸੈਨਿਕ ਸਕੂਲ 42 ਏਕੜ 'ਚ ਬਣ ਲੱਗਿਆ। ਮੈਡੀਕਲ ਕਾਲਜ ਵਾਸਤੇ ਮੈਂ 100 ਬਿਸਤਰਿਆਂ ਦਾ ਹਸਪਤਾਲ ਸੀਗਾ ਜਿਹੜਾ ਬਾਹਰ ਹੈ, ਉਹਦੀ ਮੁੱਢਲੀ ਸ਼ਰਤ ਸੀ 200 ਬੈੱਡਡ ਹਸਪਤਾਲ ਹੋਣਾ ਚਾਹੀਦਾ, 200 ਬੈੱਡਡ ਕਰਵਾਇਆ, ਮੈਂ ਕਰਵਾਇਆ। 200 ਬੈੱਡਡ ਕਰਾਉਣ ਤੋਂ ਬਾਅਦ ਮੈਡੀਕਲ ਕਾਲਜ ਦੀ ਮੈਂ ਜ਼ੋਰ ਸ਼ੋਰ ਨਾਲ ਵਿਧਾਨ ਸਭਾ ਦੇ ਵਿੱਚ ਗੱਲ ਕਰੀ, ਔਰ ਫਿਰ ਮੈਨੂੰ ਸਰਕਾਰ ਨੇ ਮੇਰੇ ਤੋਂ 8 ਏਕੜ ਜ਼ਮੀਨ ਮੰਗੀ, ਜਿਹੜੀ ਕਿ ਮੈਂ 8 ਏਕੜ ਜ਼ਮੀਨ ਬੱਬਰੀ ਮੈਡੀਕਲ ਕਲਾਸਿਸ ਵਾਸਤੇ ਦੇ ਚੁੱਕਾ, ਟ੍ਰਾਂਸਫਰ ਕਰ ਚੁੱਕਾ। ਔਰ ਹੁਣ ਅਗਲਾ ਜਿਹੜਾ ਸਟੈਪ ਸੀਗਾ ਉਹ ਸੈਂਟਰ ਸਰਕਾਰ ਨੇ ਮਨਜ਼ੂਰੀ ਦੇਣੀ ਹੁੰਦੀ ਹੈ ਮੈਡੀਕਲ ਕਾਲਜ ਕਿਸ ਏਰੀਏ 'ਚ ਖੋਲ੍ਹਣਾ। ਫਿਰ ਗੱਲ ਉੱਥੇ ਆਉਂਦੀ ਹੈ ਕਿ ਬਦਕਿਸਮਤੀ ਮੇਰਾ MP ਹੈ ਨਹੀਂ ਜਿਹਨੇ ਪਾਰਲੀਮੈਂਟ 'ਚ ਜਾ ਕੇ ਰੌਲਾ ਪਾਉਣਾ ਸੀ। ਇੱਥੇ ਵਾਲਾ ਕੰਮ ਤਾਂ ਮੈਂ ਕਰ ਸਕਦਾ, ਅਤੇ ਜੇ ਮੈਂ MP ਹੋਵਾਂ ਤਾਂ ਪਾਰਲੀਮੈਂਟ 'ਚ ਜਾ ਕੇ ਬਹਿ ਜਾਂਦਾ, ਜਿੱਦਾਂ ਆਪਣੀ ਸਰਕਾਰ ਦੇ ਵਿੱਚ ਬਹਿ ਗਿਆ ਕਿ ਮੈਨੂੰ ਮੈਡੀਕਲ ਕਾਲਜ ਚਾਹੀਦਾ, ਮੈਨੂੰ ਸੈਨਿਕ ਸਕੂਲ ਚਾਹੀਦਾ। ਪਰ ਮੇਰੀ ਪ੍ਰਾਇਓਰਿਟੀ ਰਹੇਗੀ ਕਿ ਅਗਲਾ ਜਿਹੜਾ ਟਾਈਮ ਆ ਉਹਦੇ 'ਚ ਮੈਡੀਕਲ ਕਾਲਜ ਵੀ ਇੱਥੇ ਚੱਲੇ, ਸੈਨਿਕ ਸਕੂਲ ਵੀ ਇੱਥੇ ਚੱਲੇ। ਫਿਰ ਮੈਂ ਸਮਝੂੰਗਾ ਕਿ ਮੈਂ MLA ਬਣਿਆ, ਮੈਂ ਰਾਜਨੀਤੀ 'ਚ ਆਇਆ ਜੇ ਮੈਡੀਕਲ ਕਾਲਜ ਬਣਾ ਲਿਆ। ਕਿਉਂ? ਕਿਉਂਕਿ ਅੱਜ ਗਰੀਬ ਤਬਕਾ ਵਿਚਾਰੇ ਜਦੋਂ ਹੌਸਪੀਟਲ 'ਚ ਜਾਓ ਨਾ, ਲੋਕਾਂ ਦੇ ਵਿੱਚ ਰਹਿਣ ਵਾਲਾ ਬੰਦਾ ਮੈਂ ਦੇਖਿਆ, ਕੋਈ ਆਪਣਾ ਘਰ ਗਿਰਵੀ ਰੱਖ ਕੇ ਆਉਂਦਾ, ਕੋਈ ਆਪਣੇ ਟੂਮ ਛੱਲੇ ਵੇਚ ਕੇ ਆਉਂਦਾ, ਕੋਈ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਆਉਂਦਾ, ਅਤੇ ਮਰੀਜ਼ਾਂ ਦੇ ਉੱਤੇ ਲੱਖਾਂ ਰੁਪਈਆ ਲੱਗ ਜਾਂਦੇ ਆ ਜਦੋਂ ਪ੍ਰਾਈਵੇਟ ਹਸਪਤਾਲਾਂ 'ਚ ਕੋਈ ਲੁਧਿਆਣੇ, ਕੋਈ ਮੁਹਾਲੀ, ਕੋਈ ਅੰਮ੍ਰਿਤਸਰ ਜਾਂਦਾ। ਅਤੇ ਮੈਡੀਕਲ ਕਾਲਜ ਬਣਿਆ ਹੋਊ, ਜੇ 5 ਲੱਖ ਦਾ ਇਲਾਜ ਆ ਬਾਹਰ, ਤੇ ਲੱਖ 'ਚ ਹੋਊਗਾ, ਨਾਲੇ ਘਰ ਬੈਠੇ ਹੋਊਗਾ, ਲੁੱਟੇ ਨਹੀਂ ਜਾਣਗੇ ਲੋਕ। ਉਹਦੇ 'ਚ ਇਕੱਲੇ ਗਰੀਬ ਨਹੀਂ, ਮਡਿਓਕਰਾਂ, ਜੇ ਰੱਬ ਨਾ ਕਰੇ ਕਿਸੇ ਦੇ ਘਰ ਕੋਈ ਬਿਮਾਰੀ ਪੈ ਜੇ, ਚੀਕਾਂ ਨਿਕਲ ਜਾਂਦੀਆਂ ਚੰਗੇ ਭਲੇ ਦੀਆਂ। ਇਹਨਾਂ ਚੀਜ਼ਾਂ ਨੂੰ ਮੈਂ ਜਾਣਦਾ ਹਾਂ, ਔਰ ਮੈਂ ਉਸ ਉੱਤੇ ਵਰਕ ਕਰਨਾ ਆ, ਕਰ ਰਿਹਾ ਆਲਰੇਡੀ। ਪਰਮਾਤਮਾ ਸੁੱਖ ਰੱਖੇ ਮੇਰਾ MP ਵੀ ਬਣੇ, ਜਿਹੜਾ ਮੇਰੇ ਨਾਲ ਮੇਰਾ ਸਾਥ ਦੇਵੇ, ਅਤੇ ਜਾ ਕੇ ਅਸੀਂ ਮੈਡੀਕਲ ਕਾਲਜ, ਸੈਨਿਕ ਸਕੂਲ, ਇਹ ਚੀਜ਼ਾਂ ਬਣਾਈਏ। ਦੂਜੀ ਗੱਲ, 120 ਏਕੜ ਦੇ ਵਿੱਚ ਮੈਂ ਇੱਕ ਪ੍ਰੋਜੈਕਟ ਲਿਆ ਰਿਹਾ ਮੱਛੀ ਪਾਲਣ ਦਾ, ਉਹ ਫਾਈਲ ਜਿਹੜੀ ਆ ਪ੍ਰੋਸੈਸ ਦੇ ਵਿੱਚ ਆ। 100 ਏਕੜ 'ਚੋਂ ਬਣਨਾ 20 ਏਕੜ ਦੇ ਵਿੱਚ ਰੈਸਟ ਹਾਊਸ ਦੇ ਨਾਲ ਸੈਰਗਾਹ ਬਣਨੀ ਹੈ, ਜਿੱਥੇ ਲੋਕ ਜਾ ਕੇ ਆਪਣੀ ਫੈਮਲੀਜ਼ ਦੇ ਨਾਲ, ਬੱਚਿਆਂ ਨਾਲ ਉੱਥੇ ਬੈਠਿਆ ਕਰਨਗੇ, ਔਰ ਸਟੇਟ ਦੀ ਹੱਬ ਬਣੂਗੀ। ਲਾਗੇ ਸਟੇਟਸ ਦੇ ਜਿਹੜੇ ਕਿਸਾਨ ਨੇ ਸਾਡੇ, ਆ ਜਿਹੜੀ ਝੋਨੇ ਦਾ ਰੌਲਾ ਆ, ਪਾਣੀ ਦਾ ਰੌਲਾ, ਇਹ ਤੋਂ ਬਾਹਰ ਕੱਢਣ ਲਈ, ਔਰ ਤਕਰੀਬਨ 1.5 ਤੋਂ 2 ਲੱਖ ਰੁਪਈਆ 1 ਏਕੜ ਦੇ ਵਿੱਚੋਂ ਕਿਸਾਨ ਕਮਾ ਸਕਦੇ ਆ। ਮੈਂ ਉਸ ਚੀਜ਼ 'ਤੇ ਵਰਕ ਕਰ ਰਿਹਾ। 7-8 ਹਜ਼ਾਰ ਕਰੋੜ ਦੀ ਲਾਗਤ ਦੇ ਨਾਲ ਮੈਂ ਇੱਥੇ ਫੈਕਟਰੀ ਸਰਾਵਾਂ ਪਿੰਡ 'ਚ 100 ਏਕੜ ਦੇ ਵਿੱਚ ਲਾਉਣ ਦੀ ਤਿਆਰੀ ਕਰ ਚੁੱਕਾ ਸੀਗਾ। 3 ਵਾਰ ਉਹ ਮੇਰੇ ਨਾਲ ਮੀਟਿੰਗ ਕਰਕੇ, ਜ਼ਮੀਨ ਦੇਖ ਕੇ, ਸਾਰਾ ਕੁਝ ਕਰਕੇ, ਪੁੱਛ ਲਿਓ ਜਾ ਕੇ ਪਿੰਡ ਵਾਲਿਆਂ ਨੂੰ ਵੀ ਇੱਥੇ ਆਏ ਸੀ। ਔਰ ਉਹ ਤੋਂ ਮਹੀਨੇ ਬਾਅਦ ਹੀ ਜਦੋਂ ਸਾਰਾ ਕੁਝ ਮੈਚਿਓਰ ਹੋਣ 'ਤੇ ਆ ਗਿਆ, ਅਤੇ ਕਰੋਨਾ ਆ ਗਿਆ, ਅਤੇ ਕਰੋਨਾ ਕਰਕੇ ਉਹ ਬੈਕਆਊਟ ਕਰ ਗਏ। ਤੁਹਾਨੂੰ ਵੀ ਪਤਾ, ਸਾਰੀ ਦੁਨੀਆ ਹਿੱਲ ਗਈ ਕਰੋਨਾ ਦੇ ਨਾਲ। ਅਦਰਵਾਈਜ਼ ਮੈਂ ਇਹਨਾਂ ਚੀਜ਼ਾਂ 'ਤੇ ਕੰਮ ਕਰ ਰਿਹਾ। ਮੈਂ ਸਿਰਫ ਗਲੀਆਂ ਨਾਲੀਆਂ ਵਾਲਾ MLA ਨਹੀਂ,
ਮੇਰੀ ਸੋਚ ਵੱਡੀ ਹੈ ਔਰ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਰਾਹੀਂ ਇਹੋ ਅਪੀਲ ਕਰਾਂਗਾ ਕਿ ਜੇ ਮੈਨੂੰ ਤੁਹਾਨੂੰ ਲੱਗਦਾ ਕਿ ਮੇਰੇ 'ਚ ਕੁਛ ਥੋੜ੍ਹੀ ਬਹੁਤ ਕਾਬਲੀਅਤ ਹੈਗੀ ਆ, ਮੈਂ ਜੇ ਕੰਮ ਕੀਤੇ ਆ ਔਰ ਜੇ ਮੇਰੇ ਤੋਂ ਤੁਹਾਨੂੰ ਲੱਗਦਾ ਆਸ ਹੋਰ ਵੀ ਹੈਗੀ ਆ, ਤੇ ਮੇਰਾ ਹੱਕ ਮੈਨੂੰ ਜ਼ਰੂਰ ਦੇਣ। ਤੇ ਮੈਂ ਜੋ ਗੱਲਾਂ ਕੀਤੀਆਂ ਉਹਦੇ ਉੱਤੇ ਦਿਨ ਰਾਤ ਇੱਕ ਕਰਕੇ ਆਪਣੇ ਗੁਰਦਾਸਪੁਰ ਦੀ ਭਲਾਈ ਦਾ ਕੰਮ ਕਰਦਾ। ਜਿੰਦਰਵੀਰ ਸਿੰਘ ਪਾੜਾ ਜਿਨ੍ਹਾਂ ਨੇ ਪਿਛਲੇ ਦਿਨੀ ਲੱਗੇ ਇਲਜ਼ਾਮਾਂ ਦੇ ਬੜੇ ਬੇਬਾਕੀ ਦੇ ਨਾਲ ਜਵਾਬ ਦਿੱਤੇ। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਜਵਾਬ ਜਿਹੜੇ ਨੇ ਉਹ ਸਹੀ ਨੇ ਔਰ ਸਥਿਤੀ ਦੇ ਅਨੁਕੂਲ ਨੇ, ਤੇ ਫਿਰ ਇਹਨਾਂ ਦੀ ਕੀਤੀ ਅਪੀਲ ਦੇ ਅਨੁਸਾਰ ਇਹਨਾਂ ਨੂੰ ਦੁਬਾਰਾ ਇੱਕ ਵਾਰੀ ਮੌਕਾ ਦੇਣਾ ਬਣਦਾ ਹੈ। ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਪਿਛਲੇ 5 ਸਾਲ ਸਿਰਫ ਰਾਜਨੀਤੀ ਕੀਤੀ ਗਈ, ਤਾਂ ਫਿਰ ਲੋਕਾਂ ਦਾ ਫਤਵਾ ਇਹਨਾਂ ਦੇ ਪ੍ਰਵਾਨ ਹੋਵੇਗਾ। ਕੈਮਰਾਮੈਨ ਦਿਨੇਸ਼ ਦੇ ਨਾਲ ਗੁਰਪ੍ਰੀਤ ਸਿੰਘ ਡਾਲਾ, ਕੋਰੀਡੋਰ ਨਿਊਜ਼, ਗੁਰਦਾਸਪੁਰ।